ਸਤਿ ਸ਼੍ਰੀ ਅਕਾਲ। ਹੋਂਦ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੰਮੂ ਕਸ਼ਮੀਰ ਦੀਆਂ ਉਹਨਾਂ ਸ਼ਖਸੀਅਤਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਈਏ ਜਿਨ੍ਹਾਂ ਤੋਂ ਕੁਝ ਸੇਧ ਮਿਲਦੀ ਔਰ ਜਿਨ੍ਹਾਂ ਦੇ ਵਿਚਾਰ ਪਹੁੰਚਾਉਣੇ ਜ਼ਰੂਰੀ ਹੁੰਦੇ ਨੇ। ਇਸ ਸਮੇਂ ਜੰਮੂ ਕਸ਼ਮੀਰ ਦੀ ਇੱਕ ਵੱਡੀ ਸ਼ਖਸੀਅਤ ਸਾਡੇ ਨਾਲ ਨੇ, ਸਰਦਾਰ JP ਸਿੰਘ ਜੀ, ਜਿਹੜੇ ਕਿ ਰਿਟਾਇਰਡ IGP ਨੇ। ਔਰ ਇਹਨਾਂ ਦਾ ਜੰਮੂ ਕਸ਼ਮੀਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਸਿੱਖ ਸਰਗਰਮੀਆਂ ਦੇ ਵਿੱਚ, ਸਮਾਜ ਸੇਵਾ ਦੇ ਵਿੱਚ ਔਰ ਬਤੌਰ ਆਪਣੇ ਇਹਨਾਂ ਨੇ ਕਾਰਜਕਾਲ ਦੇ ਵਿੱਚ ਜਿਹੜਾ ਸਮਾਂ ਨਿੰਘਾਇਆ ਉਹ ਕਾਬਿਲੇ ਤਾਰੀਫ ਹੈਗਾ। ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਹੋਂਦ ਦੇ ਉੱਤੇ ਸਵਾਗਤ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਵੀਰ ਜੀ, ਬਹੁਤ ਬਹੁਤ ਧੰਨਵਾਦ ਹੈ ਸਰ ਤੁਹਾਡਾ ਕਿ ਤੁਹਾਡਾ ਮੈਨੂੰ ਪਤਾ ਜਿਹੜਾ ਰੁਝੇਵਾਂ ਕਾਫੀ ਜ਼ਿਆਦਾ ਬਿਜ਼ੀ ਹੈਗੇ ਆ, ਫਿਰ ਵੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਔਰ ਅੱਜ ਆਪਾਂ ਗੱਲਬਾਤ ਕਰਨ ਦੇ ਲਈ ਖਾਸ ਤੌਰ ਦੇ ਉੱਤੇ ਫਟਾਫਟ ਤੁਹਾਡੇ ਕੋਲ ਪਹੁੰਚੇ ਹੈਗੇ ਆ, ਕਿਉਂਕਿ ਇੱਕ ਤੁਹਾਡੇ ਨਾਲ ਇੱਕ ਫੋਟੋ ਦੇ ਨਾਲ ਜਿਹੜਾ ਤੁਹਾਡੀ ਹਰ ਇੱਕ ਗਰੁੱਪ ਦੇ ਵਿੱਚ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਾਈਨੋਰਿਟੀ ਕਮਿਸ਼ਨਰ ਨੂੰ ਲੈ ਕੇ ਤੁਹਾਡੇ ਨਾਲ ਜਿੱਦਾਂ ਕੋਈ ਤੁਹਾਨੂੰ ਉਸਦਾ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਦਾ ਤੁਹਾਨੂੰ ਕੋਈ ਮੈਂਬਰ ਦੱਸ ਰਿਹਾ ਹੈਗਾ, ਕੋਈ ਸਲਾਹਕਾਰ ਦੱਸ ਰਿਹਾ ਹੈਗਾ, ਲੇਕਿਨ ਕੁਝ ਕਨਫਿਊਜ਼ਨ ਸੀਗੀ ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ। ਤਾਂ ਮੈਂ ਚਾਹਾਂਗੀ ਕੀ ਸੇਵਾ ਜਿਹੜੀ ਤੁਹਾਨੂੰ ਮਾਈਨੋਰਿਟੀ ਕਮਿਸ਼ਨ ਦੇ ਨਾਮ ਦੇ ਨਾਲ ਜਿਹੜੀ ਮਿਲੀ ਹੈ ਪਹਿਲਾਂ ਉਹ ਤੁਸੀਂ ਜ਼ਰੂਰ ਕਲੀਅਰ ਕਰ ਦਿਓ ਜੀ। ਜੀ ਸ਼ੁਕਰੀਆ ਰਮਨ ਜੀ। ਤੁਸੀਂ ਜੋ ਗੱਲਾਂ ਕਹੀਆਂ ਨੇ ਸ਼ਾਇਦ ਮੈਂ ਇੱਕ ਸਮਾਜ ਸੇਵਕ ਦੇ ਤੌਰ ਤੇ, ਪੁਲਿਸ ਅਫਸਰ ਦੇ ਤੌਰ ਤੇ ਜੋ ਮੈਂ ਡਿਊਟੀਜ਼ ਆਪਣੀਆਂ ਕੀਤੀਆਂ ਨੇ ਮੇਰੀ ਉਹੀ ਪਹਿਚਾਣ ਹੈ। ਔਰ ਉਸ ਦੇ ਬਾਵਜੂਦ ਜਿਹੜਾ ਮੇਰੀ ਪਹਿਲੀ ਪਹਿਚਾਣ ਹੈ ਮੈਂ ਇੱਕ ਸਿੱਖ ਹਾਂ ਔਰ ਮੈਨੂੰ ਇਸ ਗੱਲ ਤੇ ਬੜਾ ਫਖਰ ਹੈ ਔਰ ਮੈਨੂੰ ਆਈ ਐਮ ਪ੍ਰਾਊਡ ਕਿ ਮੈਂ ਇੱਕ ਆਈ ਐਮ ਅ ਪ੍ਰਾਊਡ ਸਿੱਖ। ਤੇ ਸ਼ਾਇਦ ਉਹੀ ਰੀਜ਼ਨ ਹੈ ਕਿ ਅੱਜ ਮੈਂ ਜਿਹੜਾ ਜਿਸ ਸਿਲਸਿਲੇ 'ਚ ਤੁਸੀਂ ਮੈਨੂੰ ਮਿਲਣ ਆਏ ਹੋ ਉਹਦੀ ਵਜ੍ਹਾ ਇਹੀ ਹੈ ਕਿ ਮਾਈਨੋਰਿਟੀ ਜਿਹੜਾ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਹੈ ਉਹਦੇ ਵਿੱਚ ਇਹਨਾਂ ਨੇ ਹਰ ਸਟੇਟ ਦੇ ਵਿੱਚੋਂ ਕੁਝ ਮੈਂਬਰਸ ਬਣਾਉਣੇ ਹੁੰਦੇ ਨੇ ਜਿਹੜੇ ਐਜ਼ ਐਡਵਾਈਜ਼ਰਸ ਜਾਂ ਤੁਸੀਂ ਜਿੱਦਾਂ ਸਹੀ ਕਿਹਾ ਸਲਾਹਕਾਰ, ਜਿਹੜੇ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਨੂੰ ਆਪਣੀ ਸਟੇਟਸ ਦੇ ਬਾਰੇ 'ਚ ਉੱਥੇ ਮਾਈਨੋਰਿਟੀਜ਼ ਦੀ ਕੀ ਹਾਲਤ ਹੈ, ਉਹਨਾਂ ਦੀ ਪ੍ਰੋਗਰੈਸ ਕਿਵੇਂ ਹੋ ਰਹੀ ਹੈ, ਡਿਵੈਲਪਮੈਂਟ ਕਿਵੇਂ ਹੋ ਰਹੀ ਹੈ, ਉਹਨਾਂ ਦੇ ਕੀ ਗ੍ਰੀਵੈਂਸਸ ਨੇ ਔਰ ਉਹਨਾਂ ਦੇ ਕੀ ਐਸਪੀਰੇਸ਼ਨਸ ਨੇ ਜੀ, ਉਹ ਪ੍ਰੋਜੈਕਟ ਕਰਨ ਵਾਸਤੇ ਉਹਨਾਂ ਨੇ ਹਰ ਸਟੇਟ ਦੇ ਵਿੱਚੋਂ ਕੁਝ ਐਡਵਾਈਜ਼ਰਸ ਬਣਾਉਣੇ ਨੇ। ਔਰ ਮੈਨੂੰ ਜਿਹੜਾ ਕੱਲ ਮੈਨੂੰ ਇਹ ਚਿੱਠੀ ਪ੍ਰਾਪਤ ਹੋਈ ਹੈ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਦੇ ਆਫਿਸ ਤੋਂ, ਜਿਹਦੇ 'ਚ ਮੈਨੂੰ ਇੱਕ ਸਟੇਟ ਦੀ ਤਰਫੋਂ ਇੱਕ ਸਲਾਹਕਾਰ ਦੇ ਤੌਰ ਤੇ ਮੈਨੂੰ ਉਹਨਾਂ ਨੇ ਨਿਯੁਕਤ ਕੀਤਾ ਹੈ। ਤੋ ਮੈਂ ਇਹ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਇਹ ਚੀਜ਼ ਬੜੀ ਕਲੀਅਰ ਕਰ ਦੇਣਾ ਚਾਹੁੰਦਾ ਕਿ ਮੈਂ ਐਮ ਨਾਟ ਅ ਮੈਂਬਰ ਆਫ ਦ ਮਾਈਨੋਰਿਟੀ ਕਮਿਸ਼ਨ ਨੋਰ ਹੈਵ ਆਈ ਐਨੀ ਰੋਲ ਟੂ ਪਲੇ ਵਿੱਚ ਰਹਿ ਕੇ ਮਾਈਨੋਰਿਟੀ ਕਮਿਸ਼ਨ ਦੇ ਇੱਕ ਨੁਮਾਇੰਦਾ ਬਣ ਕੇ ਇੱਥੇ ਦੇ ਲੋਕਾਂ ਦੀ ਜਿਹੜੇ ਇੱਥੇ ਦੇ ਮਾਈਨੋਰਿਟੀਜ਼ ਨੇ, ਖਾਹ ਉਹ ਸਿੱਖ ਹੋਣ ਜਾਂ ਭਾਵੇਂ ਉਹ ਕ੍ਰਿਸਚਨਸ ਹੋਣ ਜਾਂ ਜੈਨ ਹੋਣ, ਉਹਨਾਂ ਸਭ ਦੀ ਐਸਪੀਰੇਸ਼ਨਸ ਨੂੰ, ਉਹਨਾਂ ਦੀ ਜਿਹੜੀਆਂ ਗ੍ਰੀਵੈਂਸਸ ਨੇ, ਉਹਨਾਂ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਰੇਜ਼ ਕਰਕੇ ਮੈਂ ਇੱਕ ਸੈਂਟਰ ਨੂੰ ਆਪਣੇ ਚੇਅਰਮੈਨ ਨੇ ਜਿਹੜੇ ਮਾਈਨੋਰਿਟੀ ਕਮਿਸ਼ਨ ਦੇ ਇਕਬਾਲ ਸਿੰਘ ਲਾਲਪੁਰ ਜੀ, ਉਹਨਾਂ ਤੱਕ ਇਹ ਗੱਲਾਂ ਪਹੁੰਚਾਉਣੀਆਂ ਨੇ। ਬਿਲਕੁਲ ਇੱਕ ਮੀਡੀਏਟਰ ਦਾ ਕੰਮ, ਇੱਕ ਚੰਗਾ ਮੀਡੀਏਟਰ ਹੋਣ ਦਾ ਤੁਸੀਂ ਕੰਮ ਹੈ ਜਿਹੜਾ ਉਹ ਤੁਹਾਨੂੰ ਇੱਕ ਮਿਲਿਆ ਹੋਇਆ ਹੈ ਨਾ ਕਿ ਤੁਸੀਂ ਸਾਡੇ ਮਸਲਿਆਂ ਨੂੰ ਉੱਥੇ ਤੱਕ ਸੈਂਟਰ ਤੱਕ ਪਹੁੰਚਾ ਸਕਦੇ ਹੋ। ਤੇ ਸਰ ਜੇਕਰ ਆਪਾਂ ਦੇਖਦੇ ਹਾਂ ਤੁਹਾਡੀ ਸੋਚ ਕੀ ਕਹਿੰਦੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਅਜੇ ਤੱਕ ਮਾਈਨੋਰਿਟੀ ਕਮਿਸ਼ਨ ਲਾਗੂ ਕਿਉਂ ਨਹੀਂ ਹੋ ਪਾਇਆ? ਇਹ ਬਹੁਤ ਅੱਛਾ ਸਵਾਲ ਤੁਸੀਂ ਕੀਤਾ ਰਮਨ ਜੀ। ਜੀ ਦੇਖੋ ਹਰ ਸਟੇਟ ਦੇ ਵਿੱਚ ਜਿਵੇਂ 1992 ਦੇ ਵਿੱਚ ਮਾਈਨੋਰਿਟੀ ਕਮਿਸ਼ਨ ਜਿਹੜਾ ਮਾਈਨੋਰਿਟੀ ਐਕਟ ਜਿਹੜਾ ਪਾਸ ਕੀਤਾ ਗਿਆ ਸੀ ਸੈਂਟਰ ਦੇ ਵਿੱਚ, ਉਹਦੇ ਤਹਿਤ ਸੈਂਟਰ ਦੇ ਵਿੱਚ ਇੱਕ ਮਾਈਨੋਰਿਟੀ ਕਮਿਸ਼ਨ ਕਨਸਟੀਟਿਊਟ ਕੀਤਾ ਗਿਆ ਜਿਹਦਾ ਚੇਅਰਮੈਨ ਜਿਹੜਾ ਇੱਕ ਕੋਈ ਵੀ ਮਾਈਨੋਰਿਟੀਜ਼ ਦਾ ਹਿੰਦੁਸਤਾਨ ਦੀ ਕਿਸੇ ਵੀ ਮਾਈਨੋਰਿਟੀਜ਼ ਦਾ ਕੋਈ ਸ਼ਖਸ ਜਿਹੜਾ ਉਹਨੂੰ ਇੱਕ ਜਿਹੜਾ ਜਾਣਿਆ ਪਹਿਚਾਣਿਆ ਸ਼ਖਸ ਜਿਹੜਾ ਉਹਨੂੰ ਉਹਨਾਂ ਦਾ ਕਮਿਸ਼ਨ ਦਾ ਚੇਅਰਮੈਨ ਬਣਾਇਆ ਜਾਂਦਾ। ਤੇ ਸਾਡੀ ਖੁਸ਼ ਨਸੀਬੀ ਇਹ ਹੈ ਕਿ ਇਸ ਵੇਲੇ ਜਿਹੜੇ ਸਾਡੇ ਜਿਹੜੇ ਚੇਅਰਮੈਨ ਨੇ ਉਹ ਇੱਕ ਸਿੱਖ ਨੇ ਔਰ ਪੰਜਾਬ ਤੋਂ ਨੇ, ਇਕਬਾਲ ਸਿੰਘ ਲਾਲਪੁਰ ਜੀ। ਔਰ ਉਸੇ ਤਰਜ਼ ਦੇ ਉੱਤੇ, ਉਸੇ ਲਾਈਨਸ ਦੇ ਉੱਤੇ ਹਰ ਸਟੇਟ ਦੇ ਵਿੱਚ ਇੱਕ ਮਾਈਨੋਰਿਟੀ ਕਮਿਸ਼ਨ, ਸਟੇਟ ਮਾਈਨੋਰਿਟੀ ਕਮਿਸ਼ਨ ਜਿਹੜਾ ਹੈ ਇਹਨਾਂ ਨੇ ਕਨਸਟੀਟਿਊਟ ਕਰਨਾ ਚਾਹੀਦਾ ਸੀ ਜੀ, ਜਿਹੜਾ ਕਿ ਬਹੁਤ ਸਾਰੀ ਸਟੇਟਸ ਦੇ ਵਿੱਚ ਹੈ ਲੇਕਿਨ ਕੁਝ ਸਟੇਟਸ ਦੇ ਵਿੱਚ ਨਹੀਂ ਹੈ। ਅਨਫੋਰਚੂਨੇਟਲੀ J&K ਇੱਕ ਐਸੀ ਸਟੇਟ ਹੈ ਜਿਸ ਦੇ ਵਿੱਚ ਅੱਜ ਤੱਕ ਇਹ ਮਾਈਨੋਰਿਟੀ
ਕਮਿਸ਼ਨ ਜਿਹੜਾ ਹੈ ਸਟੇਟ ਮਾਈਨੋਰਿਟੀ ਕਮਿਸ਼ਨ ਜਿਹੜਾ ਹੈ ਉਹ ਨਹੀਂ ਕਨਸਟੀਟਿਊਟ ਕੀਤਾ ਗਿਆ। ਅੱਜ ਤੋਂ ਪਹਿਲਾਂ ਕੀ ਵਜ੍ਹਾ ਸੀ? ਕੋਈ ਜ਼ਰੂਰ ਕੋਈ ਪੋਲੀਟੀਕਲ ਕੰਸਟ੍ਰੇਂਟਸ ਹੋਣੇ ਨੇ, ਕਿਉਂਕਿ ਅਸੀਂ ਇੱਥੇ ਜਿਹੜੇ ਮੁਸਲਿਮ ਪੋਪੂਲੇਸ਼ਨ ਆ ਮੈਜੋਰਿਟੀ 'ਚ ਹੈ, ਜੋ ਕਿ ਹਿੰਦੁਸਤਾਨ ਦੇ ਵਿੱਚ ਮਾਈਨੋਰਿਟੀ 'ਚ ਹੈ। ਔਰ ਅਗਰ ਇੱਥੇ ਮਾਈਨੋਰਿਟੀ ਐਕਟ ਲਾਗੂ ਹੁੰਦਾ, ਮਾਈਨੋਰਿਟੀ ਕਮਿਸ਼ਨ ਬਣਦਾ, ਤੇ ਜ਼ਰੂਰ ਇਹ ਗੱਲ ਸੀ ਕਿ ਵੀ ਸਿੱਖਾਂ ਨੂੰ ਜਾਂ ਕ੍ਰਿਸਚਨਸ ਨੂੰ ਜਾਂ ਜੈਨਸ ਨੂੰ ਜਾਂ ਬਾਕੀ ਜਿਹੜੇ ਮਾਈਨੋਰਿਟੀਜ਼ ਨੇ, ਅਸੀਂ ਤਾਂ ਬੜੀ ਮਿਨਿਸਕਿਊਲ ਮਾਈਨੋਰਿਟੀ 'ਚ 2% ਤੋਂ ਘੱਟ ਸਾਡੀ ਪੋਪੂਲੇਸ਼ਨ ਹੈ JNK ਦੇ ਵਿੱਚ। ਤੋ ਜ਼ਰੂਰ ਇਹ ਗੱਲ ਹੋਣੀ ਸੀ ਕਿ ਇਹਨਾਂ ਨੇ ਆਪਣੇ ਹਕੂਕ ਮੰਗਣੇ ਸੀ। ਉਸ ਗੱਲ ਤੇ ਸ਼ਾਇਦ ਜਿਹੜੀ ਪ੍ਰੀਵੀਅਸ ਸਟੇਟ ਗਵਰਨਮੈਂਟਸ ਹੋਈਆਂ ਨੇ, ਚਾਹੇ ਉਹ ਕੋਈ ਵੀ ਗਵਰਨਮੈਂਟ ਸੀ, ਉਹਨਾਂ ਨੇ ਮਾਈਨੋਰਿਟੀ ਐਕਟ ਜਿਹੜਾ ਇੱਥੇ ਲਾਗੂ ਨਹੀਂ ਕੀਤਾ। ਲੇਕਿਨ ਜਦੋਂ 2019 'ਚ 5 ਅਗਸਤ ਨੂੰ ਜਦੋਂ JNK ਸਟੇਟ ਨੂੰ ਜਿਹੜਾ ਐਬਰੋਗੇਸ਼ਨ ਆਫ 370 ਹੋਇਆ, ਉਹਦੇ ਬਾਅਦ ਜਦੋਂ UT ਬਣ ਗਈ, ਔਰ ਸਾਨੂੰ ਸਾਰਿਆਂ ਨੂੰ ਇਹ ਉਮੀਦ ਸੀ, ਹਰ ਇੱਕ ਮਾਈਨੋਰਿਟੀਜ਼ ਔਰ ਖਾਸ ਤੌਰ 'ਤੇ ਸਿੱਖਾਂ ਦੇ ਵਿੱਚ ਇੱਕ ਲਹਿਰ ਸੀ ਕਿ ਬਈ ਹੁਣ ਮਾਈਨੋਰਿਟੀ ਕਮਿਸ਼ਨ ਇੱਥੇ ਲਾਗੂ ਹੋਏਗਾ, ਮਾਈਨੋਰਿਟੀ ਐਕਟ ਲਾਗੂ ਹੋਏਗਾ, ਔਰ ਉਹਦੇ ਨਾਲ ਸਾਡੀ ਐਸਪੀਰੇਸ਼ਨਸ ਜਿਹੜੀਆਂ ਸਾਡੀਆਂ ਪ੍ਰੋਬਲਮਸ ਨੇ ਉਹ ਸੋਲਵ ਹੋਣਗੀਆਂ। ਲੇਕਿਨ ਅਨਫੋਰਚੂਨੇਟਲੀ ਉਹ ਨਹੀਂ ਹੋਇਆ। ਉਹਦੀ ਵਜੂਹਾਤ ਕੀ ਨੇ ਇਹ ਤੇ ਕਹਿਣਾ ਬੜਾ ਮੁਸ਼ਕਿਲ ਹੈ, ਕਿਉਂਕਿ ਇਸ ਸਿਲਸਿਲੇ ਦੇ ਵਿੱਚ ਈਵਨ ਸੁਪਰੀਮ ਕੋਰਟ ਦੇ ਵਿੱਚ ਵੀ ਕੋਈ ਇੱਥੇ ਦੇ ਲਾਇਰਸ ਮਿਸਟਰ ਅੰਕੁਸ਼ ਸ਼ਰਮਾ ਔਰ ਕੋਈ ਐਡਵੋਕੇਟ ਉਪਾਧਿਆਏ ਨੇ, ਉਹ ਗਏ ਨੇ, ਔਰ ਸੈਂਟਰ ਜਿਹੜੀ ਸੁਪਰੀਮ ਕੋਰਟ ਨੇ ਇਹ ਗੱਲ ਬੜੀ ਵਾਜ਼ਿਹ ਕੀਤੀ ਹੈ ਕਿ UT ਗਵਰਨਮੈਂਟ ਨੂੰ ਮਾਈਨੋਰਿਟੀ ਕਮਿਸ਼ਨ ਜਿਹੜਾ ਇੱਥੇ ਐਕਟ ਲਾਗੂ ਕਰਨਾ ਚਾਹੀਦਾ, ਔਰ ਮਾਈਨੋਰਿਟੀ ਕਮਿਸ਼ਨ ਇੱਥੇ ਬਣਨਾ ਚਾਹੀਦਾ, ਸਟੇਟ ਮਾਈਨੋਰਿਟੀ ਕਮਿਸ਼ਨ। ਉਹ ਅਸੀਂ ਹਰ ਇੱਕ ਸਾਡੇ ਜਿਹੜੇ ਨੁਮਾਇੰਦੇ ਨੇ, ਚਾਹੇ ਉਹ ਸਾਡੇ ਚੁਣੇ ਹੋਏ ਨੁਮਾਇੰਦੇ ਨੇ, ਚਾਹੇ ਉਹ ਸਾਡੇ ਸਮਾਜਿਕ ਤੌਰ 'ਤੇ ਨੁਮਾਇੰਦੇ ਨੇ, ਉਹ ਹਰ ਲੈਵਲ 'ਤੇ ਗੱਲ ਕਰਦੇ ਰਹੇ ਨੇ। ਔਰ ਸਾਡੀ ਡਿਮਾਂਡ ਰਹੀ ਹੈ ਸੈਂਟਰ ਨਾਲ ਔਰ BJP ਗਵਰਨਮੈਂਟ ਨਾਲ ਸਪੈਸ਼ਲੀ, ਔਰ ਅਸੀਂ ਬਾਰਹਾ ਇਹ ਚੀਜ਼ ਮੈਮੋਰੈਂਡਮ ਦੇ ਰਾਹੀਂ ਔਰ ਆਪਣੀ ਆਵਾਜ਼ ਦੇ ਰਾਹੀਂ ਔਰ ਆਪਣੇ ਈਵਨ ਚਿੱਠੀਆਂ ਪੱਤਰਾਂ ਦੇ ਰਾਹੀਂ ਇਹ ਚੀਜ਼ ਜਿਹੜੀ ਹੈ ਅਸੀਂ ਸੈਂਟਰਲ ਗਵਰਨਮੈਂਟ ਤੱਕ ਪਹੁੰਚਾਉਂਦੇ ਰਹੇ ਹਾਂ ਕਿ ਮਾਈਨੋਰਿਟੀ ਕਮਿਸ਼ਨ ਇੱਥੇ ਜਿਹੜਾ ਉਹ ਕਨਸਟੀਟਿਊਟ ਕੀਤਾ ਜਾਏ। ਲੇਕਿਨ ਇਹ ਬੜੀ ਵਿਡੰਬਨਾ ਦੀ ਗੱਲ ਹੈ ਔਰ ਅਜੀਬ ਗੱਲ ਹੈ ਕਿ ਅੱਜ ਤੱਕ ਉਹ ਮਾਈਨੋਰਿਟੀ ਕਮਿਸ਼ਨ ਇੱਥੇ ਨਹੀਂ ਲਾਗੂ ਹੋ ਸਕਿਆ। ਨਾ ਹੀ ਇਹ ਚੀਜ਼ ਕਲੀਅਰ ਕੀਤੀ ਇਹਨਾਂ ਨੇ ਵੀ ਇੱਥੇ ਦੀ ਮਾਈਨੋਰਿਟੀ ਕੌਣ ਹੈ। ਹਾਲੇ ਵੀ ਜਿਹੜੇ ਸਾਡੇ ਮੈਕਸਿਮਮ ਬੈਨੀਫਿਟਸ ਨੇ ਉਹ ਇੱਥੇ ਦੀ ਮੈਜੋਰਿਟੀ ਕਮਿਊਨਿਟੀ ਜਿਹੜੀ ਹੈ ਸਟੇਟ ਦੇ ਵਿੱਚ ਉਹਨਾਂ ਨੂੰ ਮਿਲ ਰਹੇ ਨੇ। ਸਾਨੂੰ ਖੁਸ਼ੀ ਹੈ, ਕੋਈ ਵੀ ਸਾਨੂੰ ਸਾਡਾ ਨਾ ਇਹ ਸੋਚ ਹੈ ਕਿ ਵੀ ਕਿਸੇ ਨੂੰ ਅਸੀਂ ਨੁਕਸਾਨ ਕਰੀਏ, ਲੇਕਿਨ ਅਸੀਂ ਸਿਰਫ ਸਾਡੀ ਇੰਨੀ ਡਿਮਾਂਡ ਹੈ, ਸਾਡੀ ਇੰਨੀ ਰਿਕੁਆਇਰਮੈਂਟ ਹੈ ਕਿ ਸਾਡੇ ਜਿਹੜੀ ਆਪਣੇ ਹੱਕ ਨੇ ਸਾਨੂੰ ਉਹ ਦਿੱਤੇ ਜਾਣ। ਉਹ ਇੰਨੀ ਦੇਰ ਨਹੀਂ ਹੋ ਸਕਦੇ ਜਿੰਨੀ ਦੇਰ ਅਸੀਂ ਇੱਥੇ ਮਾਈਨੋਰਿਟੀ ਕਮਿਸ਼ਨ ਦੀ ਗਠਨ ਨਾ ਹੋਏ, ਕਨਸਟੀਟਿਊਸ਼ਨ ਨਾ ਹੋਏ। ਬਿਲਕੁਲ ਜਿੱਦਾਂ ਤੁਸੀਂ ਗੱਲ ਕਹੀ ਹੈ ਸਰ ਕਿ ਇਦਾਂ ਨਹੀਂ ਹੈ ਜਿਨ੍ਹਾਂ ਨੂੰ ਜੋ ਮਿਲ ਰਿਹਾ ਸੀ ਉਹਦੇ ਤੋਂ ਨਾ ਖੁਸ਼ ਨਹੀਂ ਹੈ, ਲੇਕਿਨ ਜੋ ਸਾਡਾ ਹੱਕ ਹੈ ਉਹ ਤਾਂ ਮਾਈਨੋਰਿਟੀਜ਼ ਦਾ ਜੋ ਹੱਕ ਹੈ ਉਹ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ। ਦੂਸਰੀ ਗੱਲ ਸਰ, ਜੇਕਰ ਆਪਾਂ ਦੇਖਦੇ ਹਾਂ ਸਾਡੀ ਹੀ ਸਿੱਖ ਕਮਿਊਨਿਟੀ ਦੀ ਇੱਥੇ ਗੱਲ ਕੀਤੀ ਜਾਵੇ, ਤੁਸੀਂ ਭਾਵੇਂ ਇਕਬਾਲ ਸਿੰਘ ਲਾਲਪੁਰ ਹੋਣੀ ਜਦੋਂ ਇੱਥੇ ਆਏ ਸੀਗੇ, ਤੁਹਾਡੇ ਲਈ ਇਹ ਵੀ ਬਹੁਤ ਵੱਡਾ ਇੱਕ, ਮੈਨੂੰ ਤਾਂ ਲੱਗਦਾ ਹੈ ਚੈਲੰਜ ਹੀ ਹੋਵੇਗਾ, ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਗਰੁੱਪਸ ਨੇ। ਲਾਲਪੁਰ ਸਾਹਿਬ ਉਹਨਾਂ ਨੂੰ ਵੀ ਬਹੁਤ ਸਾਰੇ ਗਰੁੱਪਸ ਮਿਲੇ ਨੇ, ਚਾਹੇ ਉਹ ਤਾਲਮੇਲ ਸੰਗਠਨ ਸੀਗਾ ਹਨਾ, ਜਾਂ ਫਿਰ ਸਾਡੀ DGP ਸੀ ਜਿਹੜੀ ਜੰਮੂ ਆ ਉਹ ਹੈਗੇ ਆ, ਹੋਰ ਵੀ ਬਹੁਤ ਸਾਰੇ ਅਦਰਸ ਜਿਹੜੇ ਗਰੁੱਪਸ ਹੈਗੇ ਉਹਨਾਂ ਨੂੰ ਮਿਲੇ 20 ਦੇ ਕਰੀਬ ਜਿਹੜੇ ਸੀਗੇ। ਤਾਂ ਸਰ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੁਣ ਕਿਵੇਂ ਕਰੋਗੇ, ਕਿਉਂਕਿ ਅਸੀਂ ਤਾਂ ਆਪ ਮਾਈਕਰੋਸਕੋਪਿਕ ਮਾਈਨੋਰਿਟੀ ਦੇ ਵਿੱਚ। ਤੁਸੀਂ ਰਮਨ ਜੀ ਬਹੁਤ ਹੀ ਦੁੱਖ ਦੀ ਜਿਹੜੀ ਰੱਗ ਹੈ ਉਸ ਤੇ ਹੱਥ ਰੱਖਿਆ ਹੈ ਜੀ। ਮੇਰਾ ਤਾਂ ਮੈਂ ਹੱਥ ਜੋੜ ਕੇ ਤੁਹਾਡੇ ਚੈਨਲ ਦੇ ਰਾਹੀਂ ਆਪਣੇ ਸਾਰੇ ਸਿੱਖ ਭਰਾਵਾਂ ਨੂੰ ਇਹ ਚੀਜ਼ ਅਪੀਲ ਕਰਨਾ ਚਾਹੁੰਦਾ ਕਿ ਇਹ ਸਮਾਂ ਸਾਡੇ ਤੇ ਕੋਈ ਅੱਛਾ ਨਹੀਂ ਗੁਜ਼ਰ ਰਿਹਾ। ਬਿਲਕੁਲ ਸਾਡੇ ਬਹੁਤ ਸਾਰੀ ਪ੍ਰੋਬਲਮਸ ਨੇ, ਬਹੁਤ ਸਾਰੀ ਮੁਸ਼ਕਿਲਾਤ ਨੇ, ਔਰ ਸਮੇਂ ਦੀ ਗਵਰਨਮੈਂਟ ਜਿਹੜੀ ਹੈ ਉਹ ਸਾਡੇ ਨਾਲ ਇਨਸਾਫ ਨਹੀਂ ਕਰ ਸਕੀ। ਸਾਡਾ ਇਸ ਵੇਲੇ ਫਰਜ਼ ਬਣਦਾ, ਸਾਡਾ ਅਵਲੀਨ ਫਰਜ਼ ਇਹ ਹੈ ਕਿ ਅਸੀਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਨਾਲ ਜੁੜੀਏ। ਬਿਲਕੁਲ ਉਹਦੇ ਵਿੱਚ ਕੋਈ ਵੀ ਜਿਹੜੇ ਸਾਡੇ ਆਗੂ ਹੋਣ, ਕੋਈ ਵੀ ਲੀਡਰ ਹੋਣ, ਸਾਨੂੰ ਆਪਣੇ ਜਿਹੜੇ ਇਖਤਲਾਫਾਤ ਨੇ, ਸਾਡੀ ਜਿਹੜੀ ਛੋਟੀਆਂ ਜਿਹੜੀਆਂ ਸਾਡੀਆਂ ਡਿਫਰੈਂਸਿਸ ਨੇ ਉਹਨਾਂ ਨੂੰ ख़त्म ਕਰਕੇ, ਇਹ ਮੇਰੀ ਅਪੀਲ ਹੈ ਔਰ ਮੇਰੀ ਇਹ ਐਸਪੀਰੇਸ਼ਨ ਹੈ ਔਰ ਮੇਰੀ ਇਹ ਦੁਆ ਵੀ ਹੈ। ਮੈਂ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਸਾਡੀ ਕਮਿਊਨਿਟੀ ਨੂੰ ਇਹ ਸੋਚ ਕਰਕੇ ਆਪਣੀ ਹਰ ਛੋਟੀ ਸੋਚ ਤੋਂ ਉੱਪਰ ਆ ਕੇ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਇੱਕ ਪਲੇਟਫਾਰਮ ਦੇ ਉੱਤੇ, ਤਾਂ ਕਿ ਅਸੀਂ
ਆਪਣੇ ਇੱਕ ਨੁਮਾਇੰਦਾ ਬਣਾ ਸਕੀਏ। ਅਸੀਂ ਕੋਈ ਨੁਮਾਇੰਦੇ ਜਿਹੜੇ ਆ, ਭਾਵੇਂ ਉਹ ਪੋਲੀਟੀਕਲ ਨੁਮਾਇੰਦੇ ਹੋਣ, ਭਾਵੇਂ ਉਹ ਐਡਮਿਨਿਸਟ੍ਰੇਟਿਵ ਤੌਰ ਤੇ ਹੋਣ, ਭਾਵੇਂ ਉਹ ਸਮਾਜਿਕ ਤੌਰ ਤੇ ਹੋਣ, ਅਸੀਂ ਕਿਤੇ ਆਪਣੀ ਸਾਡੀ ਇੱਕ ਪਹਿਚਾਣ ਬਣੇ ਔਰ ਸਾਡੀ ਆਵਾਜ਼ ਜਿਹੜੀ ਉਹ ਸੁਣੀ ਜਾ ਸਕੇ। ਅਨਫੋਰਚੂਨੇਟਲੀ ਕੀ ਹੋ ਰਿਹਾ ਕਿ ਅਸੀਂ ਸਾਡੀ, ਚਾਹੇ ਉਹ ਸਾਡੇ ਚੁਣੇ ਹੋਏ ਨੁਮਾਇੰਦੇ ਨੇ, ਭਾਵੇਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਸ ਨੇ, ਉਹਨਾਂ ਨੇ ਬਾਰਹਾ ਇਸ ਚੀਜ਼ ਨੂੰ ਬਾਵਾਜ਼ ਬੁਲੰਦ ਕਿਹਾ। ਪੰਜਾਬੀ ਦੀ ਸਾਡੀ ਪ੍ਰੋਬਲਮ ਹੈ, ਸਾਡਾ ਮਾਈਨੋਰਟੀ ਕਮਿਸ਼ਨ ਦੀ ਪ੍ਰੋਬਲਮ ਹੈ, ਸਾਡੀ ਇਹ ਜਿਹੜੇ ਸਾਡੇ ਭਰਾ ਜਿਹੜੇ ਉਜੜ ਕੇ ਆਏ ਨੇ, ਰਿਫਿਊਜੀਜ਼ ਜਿਹੜੇ ਨੇ ਵੈਸਟ ਪਾਕਿਸਤਾਨ ਤੋਂ, ਉਹਨਾਂ ਦੀ ਪ੍ਰੋਬਲਮ ਨੇ, ਸਾਡੀਆਂ ਬਾਰਹਾ ਬਹੁਤ ਸਾਰੀਆਂ ਪ੍ਰੋਬਲਮਸ ਨੇ। ਲੇਕਿਨ ਅਨਫੋਰਚੂਨੇਟਲੀ ਸਾਡੀ ਆਵਾਜ਼ ਵਿੱਚ ਉਹ ਸ਼ਾਇਦ ਉਹ ਦਮ ਨਹੀਂ ਹੈ, ਸਾਡੀ ਆਵਾਜ਼ ਵਿੱਚ ਉਹ ਸ਼ਾਇਦ ਉਹ ਅਸਰ ਨਹੀਂ ਹੈ ਕਿ ਜਿਹੜੀ ਸਰਕਾਰ ਨੂੰ ਇਸ ਚੀਜ਼ ਤੇ ਮਜਬੂਰ ਕਰ ਸਕੇ ਕਿ ਸਾਡੀਆਂ ਗੱਲਾਂ ਨੂੰ ਮੰਨਣ ਔਰ ਉਹ ਸੁਣ ਸਕਣ। ਮੈਂ ਐਜ਼ ਅ ਮੈਂਬਰ, ਦੇਖੋ ਜੀ, ਮੈਂ ਐਜ਼ ਅ ਐਡਵਾਈਜ਼ਰ ਤੇ ਮੈਂ ਕੋਸ਼ਿਸ਼ ਕਰਾਂਗਾ। ਮੈਂ ਇੱਕ ਨਿਊਟਰਲ ਬੰਦਾ ਜੀ, ਮੈਂ ਤਾਂ ਸਰਕਾਰੀ ਨੌਕਰੀ ਕੀਤੀ ਹੈ, ਮੈਨੂੰ ਪੋਲੀਟਿਕਸ ਦੇ ਨਾਲ ਕੋਈ ਮੇਰਾ ਤਾਲੁਕ ਨਹੀਂ ਹੈ। ਮੈਂ ਬਹੁਤ ਕਲੀਅਰਲੀ ਕਹਿਣਾ ਚਾਹੁੰਦਾ, ਔਰ ਸ਼ਾਇਦ ਇਹੀ ਇੱਕ ਕਾਰਨ ਹੈ ਕਿ ਮੈਂ ਅੱਜ ਤੱਕ ਆਪਣੇ ਕਿਸੇ ਪਲੇਟਫਾਰਮ ਵਿੱਚ ਕਿਸੇ ਜਗ੍ਹਾ ਤੁਸੀਂ ਮੈਨੂੰ ਨਹੀਂ ਦੇਖਿਆ। ਮੈਨੂੰ ਬਹੁਤ ਸਾਰੇ ਆਪਣੇ ਦੋਸਤਾਂ ਨੇ, ਬਹੁਤ ਸਾਰੇ ਮੇਰੇ ਭਰਾਵਾਂ ਨੇ ਕਿਹਾ ਕਿ ਤੁਸੀਂ ਆ ਕੇ ਜੀ ਪੋਲੀਟੀਕਲੀ ਕੋਈ ਤੁਸੀਂ ਜੁਆਇਨ ਕਰੋ, ਗਰੁੱਪ ਜੁਆਇਨ ਕਰੋ, ਲੇਕਿਨ ਮੈਂ ਆਪਣੇ ਆਪ ਨੂੰ ਅੱਜ ਤੱਕ ਇਹਨਾਂ ਚੀਜ਼ਾਂ ਤੋਂ ਪਰਾਂ ਰੱਖਿਆ। ਔਰ ਉਹਦਾ ਕਾਰਨ ਇਹੀ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਤੇ ਕੋਈ ਟੈਗ ਲੱਗੇ। ਮੈਂ ਸਿੱਖ ਹਾਂ ਔਰ ਮੈਂ ਇੱਕ ਗਵਰਨਮੈਂਟ ਆਫੀਸ਼ੀਅਲ ਹਾਂ ਔਰ ਮੈਂ ਇੱਕ ਹਿੰਦੁਸਤਾਨੀ ਹਾਂ, ਔਰ ਇਸ ਤੋਂ ਇਲਾਵਾ ਮੈਂ ਹੋਰ ਕੋਈ ਚੀਜ਼ ਮੈਂ ਨਹੀਂ ਮੰਨਦਾ। ਔਰ ਮੈਂ ਚਾਹੁੰਦਾ ਕਿ ਹਰ ਇੱਕ ਜਿਹੜੇ ਸਾਡੇ ਸਿੱਖ ਨੇ, ਅਗਰ ਉਹ ਆਪਣੇ ਆਪ ਨੂੰ ਸਿੱਖ ਸਮਝਦੇ ਨੇ, ਇਹ ਛੋਟੇ ਡਿਫਰੈਂਸਿਸ, ਛੋਟੀਆਂ ਜਿਹੜੀਆਂ ਉਹਨਾਂ ਦੀ ਇਨਫਰਾਦੀ ਜਿਹੜੀਆਂ ਜ਼ਰੂਰਤਾਂ ਨੇ, ਜਿਹੜੇ ਉਹਨਾਂ ਦੇ ਗਰਜ਼ ਨੇ, ਉਹਨਾਂ ਨੂੰ ਛੱਡ ਕੇ ਪਰੇ ਹੋ ਕੇ ਇੱਕ ਪਲੇਟਫਾਰਮ ਤੇ ਆਉਣ, ਚਾਹੇ ਕੋਈ ਵੀ ਹੋਏ। ਅਸੀਂ ਸਾਰੇ ਉਹਨਾਂ ਦੇ ਨਾਲ ਚੱਲਾਂਗੇ। ਇਹ ਮੇਰਾ ਵਾਅਦਾ ਹੈ ਕਿ ਕੋਈ ਸਾਡੇ ਜਿਹੜੇ ਕੌਮ ਦੇ ਨੁਮਾਇੰਦੇ ਨੇ, ਸਾਡੇ ਜਿਹੜੇ ਸਾਡੇ ਮਹੰਤ ਸਾਹਿਬ ਨੇ, ਇਸ ਵੇਲੇ ਪੂਜੇ ਮਹੰਤ ਸਾਹਿਬ ਨੇ, ਉਹ ਕੋਈ ਸ਼ਖਸ ਜਿਹੜਾ ਸਾਰੀ ਕਮਿਊਨਿਟੀ ਨੂੰ ਐਕਸੈਪਟੇਬਲ ਹੋਏ, ਉਹਨਾਂ ਨੂੰ ਉਹ ਸਥਾਪਨਾ ਕਰ ਦੇਣ, ਉਹਨਾਂ ਨੂੰ ਆਸ਼ੀਰਵਾਦ ਦੇਣ। ਅਸੀਂ ਸਾਰੇ ਉਹਨਾਂ ਦੇ ਨਾਲ ਚੱਲਾਂਗੇ ਤਾਂ ਕਿ ਸਾਡੇ ਜਿਹੜੀ ਪ੍ਰੋਬਲਮ ਨੇ, ਜਿਹੜੇ ਸਾਡੇ ਆਪਸ ਵਿੱਚ ਡਿਫਰੈਂਸਿਸ ਨੇ, ਉਹ ਦੂਰ ਹੋਣ, ਸਾਡੀ ਇੱਕ ਆਵਾਜ਼ ਬਣੇ। ਤੁਹਾਡੇ ਚੈਨਲ ਦਾ ਨਾਮ ਹੋਂਦ ਹੈ, ਸਾਡੀ ਹੋਂਦ ਜਿਹੜੀ ਹੈ ਉਹ ਬਚ ਸਕੇ। ਇਹ ਬਹੁਤ ਸਮੇਂ ਦੀ ਜ਼ਰੂਰਤ ਹੈ ਰਮਨ ਜੀ। ਇਹ ਬਹੁਤ ਜ਼ਰੂਰੀ ਮੈਸੇਜ ਜਿਹੜਾ ਮੈਂ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਰਾਹੀਂ ਅੱਜ ਸਾਰੇ ਦੋਸਤਾਂ ਨੂੰ। ਜੀ ਬਿਲਕੁਲ, ਬਹੁਤ ਵਧੀਆ ਜਿਹੜਾ ਤੁਸੀਂ ਇਹ ਸੁਨੇਹਾ, ਜਿਹੜੀ ਤੁਸੀਂ ਗੱਲ ਸਾਂਝੀ ਕੀਤੀ ਹੈਗੀ ਕਿ ਅਸੀਂ ਦੂਸਰੇ ਤੱਕ ਆਪਣੇ ਮਸਲੇ ਤਾਂ ਹੀ ਪਹੁੰਚਾਵਾਂਗੇ ਜੇ ਅਸੀਂ ਆਪਦੇ ਘਰ ਦੇ ਅੰਦਰ ਆਪਦੇ ਮਸਲੇ ਪਹਿਲਾਂ ਸੁਲਝਾ ਲਵਾਂਗੇ। ਕਿਉਂਕਿ ਅਸੀਂ ਆਪਸ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਖੜਨ ਦੀ ਬਜਾਏ ਸਰ ਅਸੀਂ ਇੱਕ ਦੂਸਰੇ ਦੇ ਸਾਹਮਣੇ ਖੜੇ ਹੋਏ ਹਾਂ। ਅਸੀਂ ਇੱਕ ਦੂਸਰੇ ਦੇ ਨਾਲ ਚੱਲਣ ਦੀ ਬਜਾਏ ਇੱਕ ਦੂਸਰੇ ਦੇ ਪੈਰਲਲ, ਮਤਲਬ ਇੱਕ ਅਗੇਂਸਟ ਚੱਲ ਰਹੇ ਹਾਂ, ਹਨਾ। ਤਾਂ ਉਹਦੇ ਕਰਕੇ ਤਾਂ ਇਹ ਤਾਂ ਜੈਨੂਇਨ ਜੀ ਗੱਲ ਹੈਗੀ ਆ। ਅਸੀਂ ਆਪਦਾ ਜਿਹੜਾ ਆਸੇ-ਪਾਸੇ ਦਾ ਮਾਹੌਲ ਹੈ ਉਹ ਹੀ ਨੈਗੇਟਿਵ ਬਣਾਇਆ ਪਿਆ, ਤੇ ਸਾਡੇ ਕੋਲ ਤਾਂ ਜਿਹੜੀਆਂ ਵਾਈਬਸ ਆ ਉਹ ਵੀ ਉਹੀ ਸਾਨੂੰ ਆਉਣਗੀਆਂ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਦੇਖੋ, ਇੱਕ ਪਹਿਲੀ ਗੱਲ ਇਹ ਸੁਣ ਲਓ ਕਿ ਅਸੀਂ ਮਾਈਨੋਰਿਟੀ 'ਚ ਹਾਂ ਜੀ, ਔਰ ਅਗਰ ਅਸੀਂ ਇੱਥੇ ਮਾਈਨੋਰਿਟੀ 'ਚ ਹਾਂ, ਸਾਡੀ ਮਿਨਿਸਕਿਊਲ ਮਾਈਨੋਰਿਟੀ ਹੈ J&K ਦੇ ਵਿੱਚ, ਅਸੀਂ 2% ਤੋਂ ਵੀ ਘੱਟ ਸਾਡੀ ਪਾਪੂਲੇਸ਼ਨ ਹੈ। ਜੇ ਉਹਦੇ ਬਾਵਜੂਦ ਵੀ ਅਸੀਂ ਆਪਸ ਵਿੱਚ ਜਿਹੜੇ ਸਾਡੇ ਡਿਫਰੈਂਸਸ ਨੇ ਉਹਨਾਂ ਨੂੰ ਲੈ ਕੇ ਅਸੀਂ ਜੇ ਜੁੜ ਨਹੀਂ ਸਕੇ ਤੇ ਸਾਡੀ ਬਦਕਿਸਮਤੀ ਹੋਏਗੀ, ਔਰ ਸਾਡੀ ਕਿਤੇ ਨੁਮਾਇੰਦਗੀ ਨਹੀਂ ਹੋ ਸਕੇਗੀ, ਸਾਡਾ ਕੋਈ ਨੁਮਾਇੰਦਾ ਨਹੀਂ ਬਣ ਸਕਦਾ, ਸਾਡਾ ਕਿਤੇ ਸਾਡੇ ਹਕੂਕ ਦੇ ਉੱਪਰ ਬਾਅਸਰ ਗੱਲ ਨਹੀਂ ਹੋ ਸਕਦੀ। ਮੇਰੀ ਇਹੀ ਰਿਕੁਐਸਟ ਹੈ ਕਿ ਕੋਈ ਇੱਕ, ਦੇਖੋ ਜੀ, ਇੰਨਾ ਸਾਡੀ ਪਾਪੂਲੇਸ਼ਨ J&K ਦੇ ਵਿੱਚ ਕਾਫੀ ਹੈ ਜੀ, ਆਈ ਮੀਨ ਠੀਕ ਹੈ, ਪਰਸੈਂਟੇਜ ਘੱਟ ਹੈ, ਲੇਕਿਨ ਸਾਡੀ ਪਾਪੂਲੇਸ਼ਨ ਦੇ ਮੁਤਾਬਿਕ ਸਾਡੇ 1-2 MLA ਤੇ ਹੋਣੇ ਚਾਹੀਦੇ ਅੱਜ ਦੀ ਡੇਟ 'ਚ, ਔਰ ਹੋ ਵੀ ਸਕਦੇ ਨੇ। ਸਾਡੇ ਕੋਈ ਕੌਨਸਟੀਚੁਐਂਸੀਜ਼ ਐਸੀਆਂ ਨੇ ਜਿੱਥੇ ਸਿੱਖ ਪਾਪੂਲੇਸ਼ਨ ਡੋਮੀਨੇਟ ਕਰ ਰਹੀ ਹੈ। ਲੇਕਿਨ ਦੇਖੋ, ਬਦਨਸੀਬੀ ਦੀ ਗੱਲ ਇਹ ਹੈ ਕਿ ਉਹਦੇ ਬਾਵਜੂਦ ਵੀ ਅਸੀਂ ਅੱਜ ਤੱਕ ਆਪਣਾ ਕੋਈ ਨੁਮਾਇੰਦਾ ਨਹੀਂ ਚੁਣ ਸਕੇ। 1-2 ਵਾਰੀ ਐਸਾ ਹੋਇਆ ਕਿ ਜਦੋਂ ਬਾਕੀ ਲੋਕਾਂ ਨੇ ਵੀ ਸਾਥ ਦਿੱਤਾ। ਮੇਰੀ ਇਹੀ ਅਪੀਲ ਹੈ ਜੀ, ਮੇਰੀ ਇਹ ਗੁਜ਼ਾਰਿਸ਼ ਹੈ ਕਿ ਆਪਣੇ ਡਿਫਰੈਂਸਿਸ ਛੱਡ ਕੇ ਇਕੱਠੇ ਹੋ, ਔਰ ਇਕੱਠੇ ਹੋ ਕੇ ਕੋਈ ਇੱਕ ਪਲੇਟਫਾਰਮ ਬਣਾ ਲਓ, ਕੋਈ ਇੱਕ ਗਰੁੱਪ ਬਣਾ ਲਓ, ਕੋਈ ਇੱਕ ਤੁਸੀਂ ਇੱਕ ਪਰਚਮ ਦੇ ਥੱਲੇ ਆ ਜਾਓ ਜਿਹਦੇ ਨਾਲ ਅਸੀਂ ਸਾਰੇ ਚੱਲਣ ਨੂੰ ਤਿਆਰ ਹਾਂ। ਔਰ ਸਾਡੇ ਤਰਫੋਂ ਜੋ, ਮੈਂ ਤਾਂ ਕੌਮ ਦਾ ਸੇਵਕ ਹਾਂ ਜੀ, ਮੈਂ ਤਾਂ ਕੂਕਰ ਹਾਂ, ਜਿੱਥੇ ਸੇਵਾ ਕਹਿਣਗੇ ਮੈਂ ਤਿਆਰ ਹਾਂ। ਮੇਰੀ ਕੋਈ ਐਸਪੀਰੇਸ਼ਨਸ ਨਹੀਂ ਨੇ। ਦੇਖੋ ਜੀ, ਮੈਂ ਆਪਣੀ 34 ਸਾਲ 34 ਇਅਰਸ ਮੈਂ ਸਰਵਿਸ ਕੀਤੀ ਹੈ। ਮੈਨੂੰ ਵਾਹਿਗੁਰੂ ਨੇ, ਉਹਨਾਂ ਦੇ ਗੁਰੂ ਸਾਹਿਬ ਦਾ ਫਰਮਾਨ ਹੈ, तुम्हीं की कृपा के सजे हम हैं, मुझसे लाख करोड़ परे। मैं तो कुछ नहीं है जी, जो भी है सच्चे पातशाह की मेहर है।
मैं सब हासिल किया, इज्जत मान दौलत, अपनी कम्युनिटी का प्यार मिलिया, तो मैं चाहता कि इस वेले हुण कोई मैं किसी तरीके नाल अपनी कम्युनिटी को वापस दे सकां। तो मेरी जिथे भी सेवा लगेगी मैनू कोई किते खड़ा कर देंगे, मैनू तो जी तुसी, मैं कहना कि मैनू झाड़ू फड़ा के गुरुद्वारा साहब के बाहर खड़ा कर दो, मैं उत्थे भी सेवा करने को तैयार हाँ। मेरी ये सच मेरे दिल की ये तमन्ना है। ਬਿਲਕੁਲ ਸਰ, ਜਿੱਦਾਂ ਮੈਂ ਜ਼ਰੂਰ ਅਖੀਰ ਦੇ ਵਿੱਚ ਇਹ ਕਹਿਣਾ ਚਾਹੂੰਗੀ, ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਬਿਲਕੁਲ ਵੀ ਇਸ ਚੀਜ਼ ਦੇ ਵਿੱਚ ਆਉਣ ਦੇ ਲਈ ਰਾਜੀ ਨਹੀਂ ਸੀਗੇ, ਚਾਹੇ ਉਹ ਪੋਲਿਟਿਕਸ ਹੋਵੇ ਚਾਹੇ ਉਹ, ਕਿਉਂਕਿ ਕਿਤੇ ਨਾ ਕਿਤੇ ਉਹ ਜਿਹੜਾ ਮਾਈਨੋਰਿਟੀ ਕਮਿਸ਼ਨ ਦਾ ਤੁਹਾਨੂੰ ਇੱਕ ਸਲਾਹਕਾਰ ਚੁਣਿਆ ਗਿਆ ਹੈ ਨਾ, ਤੁਸੀਂ ਆਪਦੇ ਦਿਮਾਗ ਦੇ ਵਿੱਚ ਇਹ ਲੈ ਕੇ ਚੱਲ ਰਹੇ ਹੋ, ਮਤਲਬ ਜੋ ਮੇਰੀ ਸੋਚ ਇਹ ਕਹਿੰਦੀ ਹੈ, ਕਿਆ ਤੁਹਾਨੂੰ ਜੇ ਇਹਦੇ ਵਿੱਚ ਤੁਹਾਨੂੰ ਪੋਲਿਟਿਕਸ ਨਾਲ ਜੋੜ ਦੇਣ ਫਿਰ? देखो फिलहाल तो माइनॉरिटी कमीशन एक नॉन पोलिटिकल ऑर्गेनाइजेशन है हाँ जी, और ये न सिर्फ सिखां की नुमाइंदगी के वास्ते है, तमाम माइनॉरिटीज़ जिहड़ियां स्टेट दे विच ने, ਉਹਦੇ ਵਿੱਚ ਜੈਨਸ आते हैं, क्रिश्चनस आते हैं और हिंदूज आते हैं। साड़ी स्टेट दे विच ये तीनों कम्युनिटीज़ माइनॉरिटी ने, बिकॉज मैजोरिटी कम्युनिटी 65% साड़ी मुस्लिम पॉपूलेशन है, साड़ी पॉपूलेशन जिहड़ी है कोई 2% तो थोड़े है, और हिंदूज जिहड़े ने 30% के करीब ने। तो मैं इस वेले अपने आप नूं पॉलिटिक्स के नाल जोड़ के नहीं देखना चाहता हाँ। और मैं अपने तुहाडे दर्शकों को यही कहना चाहूँगा कि मैं एक न्यूट्रल नुमाइंदा हैगा, और मेरी ये कोशिश होएगी कि मैं हर कम्युनिटी का, चाहे वो किसी कम्युनिटी में जो माइनॉरिटी तो बिलोंग करते हैं, उन्होंने कोई प्रॉब्लम्स ने, कोई एस्पिरेशनस ने, कोई डिमांड्स ने, कोई उन्होंने डेवलपमेंट के जोड़े साधन ने, उन्होंने जोड़े उन्होंने रोज़गार का जोड़ा कोई साधन बन सकते हैं उन्होंने वास्ते, मैं कोशिश करांगा कि वो जड़ियाँ डिमांड्स ने वो मैं सेंटर तक पहुँचा सकां, और अपने कमीशन के जोड़े साढ़े चेयरमैन साहब ने उन्होंने तक पहुँचा सकां। और वो बहुत ही एक बड़े साफ सुथरे इंसान ने और बड़े सूझवान इंसान ने, और सानू उम्मीद है कि वो साड़ी जिहड़ी डिमांड्स ने, जिहड़ियां साड़ियां असीं उत्थे रिपोर्ट्स बना के भेजांगे, उन्हां दे उपर गौर करनगे, और J&K दे विच साड़ी जिहड़ी प्रॉब्लम्स ने उन्हां नूं दूर करन दी पूरी कोशिश करनगे। मेरा अखीरला सवाल सर, लगदा हैगा कि माइनॉरिटी कमीशन जम्मू कश्मीर दे विच हो सकदा आउण वाले समय दे विच लागू हो जावे? मेरी पूरी उम्मीद है जी। सुप्रीम कोर्ट का पूरा फैसला है इहदे विच, और हुण फैसला सेंटर ने करना है। स्टेट गवर्नमेंट भी देखो इस वेले खुशकिस्मती की यह गल है कि सेंटर में भी बीजेपी की गवर्नमेंट है, और साड़ी स्टेट में भी बीजेपी गवर्नमेंट दे थ्रू LG साहब रूल कर रहे हैं। और अगर इस समय नहीं होया तो फिर कितने नहीं होना। मैनू पूरी उम्मीद है, और मैं तुहाडे चैनल के राही अपनी गवर्नमेंट नूं, अपने सारे सेंट्रल लीडरशिप नूं यही गल करना चाहांगा कि ज़रूर J&K दे विच बहुत सारी प्रॉब्लम्स ने, और स्पैशली बिकॉज मिलिटेंसी इन्फेक्टेड ये साड़ी स्टेट है, ये विच आए दिन कोई ना कोई हादसा होंदा है, और माइनॉरिटीज़ जड़ियां ने टारगेटेड ने। तो इस वास्ते बहुत जरूरी बनता है कि साढ़े राइट्स को प्रोटेक्ट करने वास्ते इत्थे माइनॉरिटी कमीशन का गठन होना बहुत जरूरी है, और मैंने उम्मीद है कि जल्दी माइनॉरिटी कमीशन जो है वो लागू होएगा। जी, बहुत बहुत धन्यवाद सर, काफ़ी कीमती समा तुहाडा। मैं क्या तो थोड़ा समा सीगा, लेकिन फिर भी मैं काफ़ी समा तुहाडा ले लिया, लेकिन हाले भी मेरे बहुत सारे सवाल है। अगला एक सैशन होर तुहाडा जरूर रखांगे। बहुत बहुत शुक्रगुजार है तुहाडा, तुसीं समय दिता और मैनू बुलाया। मैं मेरे कोल ते कोई होर इस तो वधिया मेरा ख्याल है मैं अपनी जो मैसेज देना चाहना, इस तो अच्छा कोई काम नहीं है। और अगर मेरी आवाज़ कोई मेरे दोस्त, मेरी कम्युनिटी के लोग सुन सकते हैं और वो पर कुछ थोड़ा असर होएगा, तो मेरे वास्ते इस तो ज़्यादा खुश नसीबी की कोई गल नहीं। जी, बहुत बहुत धन्यवाद। उम्मीद हैगी, जो उम्मीद है ਜਿਹੜੀ ਮਾਈਨੋਰਿਟੀਜ਼ ਦੇ ਜਿਹੜੇ ਲੋਕ ਨੇ ਉਹਨਾਂ ਨੇ ਤੁਹਾਡੇ ਤੋਂ ਲਾਈ ਹੈਗੀ, ਔਰ ਆਪਾਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਉਮੀਦਾਂ ਤੇ ਤੁਸੀਂ ਖਰੇ ਉਤਰੋ। ਜੋ ਸੇਵਾ ਤੁਹਾਨੂੰ ਲੱਗੀ ਹੈ ਉਹ ਸੇਵਾ ਜਿਹੜੀ ਤੁਸੀਂ ਬਖੂਬੀ ਨਿਭਾ ਪਾਓ। ਬਹੁਤ ਵਧੀਆ ਲੱਗਿਆ ਗੱਲ ਕਰਕੇ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।